परम सन्मानयोग सतगुरां दी साजी नवाजी गुरु प्यारी गुरु सवारी खालसा साध संगत जी, बहुत ही वड्डियां भागां वाले हाँ। आओ सब तो पहला सतगुरां दी बख्शिश कीती फतेह बुलाओ जी। प्यार नाल बोलो जी, वाहिगुरू जी का खालसा वाहिगुरू जी की फतेह। वडभागे हाँ, सत संगत दीयां अमोलक घड़ियां प्राप्त होईयां ने। सो जो नित दी मर्यादा दे अनुसार सतगुरां दी पावन पवित्र गुरबाणी दी कथा विचार सरवण करके अपने जीवन नूं सफल बना रहे हाँ। पावन पवित्र गुरबाणी श्री जपजी साहिब जी दीयां 15 पौड़ियां दी जो विचार हो चुकी है। लड़ीवार कथा श्री गुरु ग्रंथ साहब महाराज जी दी चल रही है। आओ 16वीं पौड़ी दी विचार शुरू करिए। सिद्धा ने सतगुरु नानक देव सच्चे पातशाह महाराज नूं कहा भी महाराज 4 पौड़ियां आप जी ने सुनन दियां दसियां ते 4 पौड़ियां मनण दियां। इसे तरह हुण आप जी निध्यासन साधन दा विसा ते महापुरखां दी रीति दे बारे सानूं दसना करो। तां गुरु नानक देव सच्चे पातशाह महाराज जी सो सिद्धां दे प्रथाए उचारण कर रहे ने ते सानूं आपां नूं सारिआं नूं कलयुगी जीवां नूं भी उपदेश दी बख्शिश कर रहे हन जी। पंच परवान पंच प्रधान। महाराज कहंदे हे सिद्ध पुरशो, जो पंच कहिए श्रेष्ठ संत भगत गुरमुख प्यारे जन ਹਨ ਉਹ ਇਸ ਲੋਕ ਦੇ ਵਿੱਚ ਵੀ ਪ੍ਰਵਾਨਿਕ ਨੇ ਤੇ ਉਹ ਪੰਜ ਸ੍ਰੇਸ਼ਟ ਸੰਤ ਜਨ ਪਰਲੋਕ ਦੇ ਅੰਦਰ ਵੀ ਪ੍ਰਧਾਨ ਕਹੀਏ ਮੁਖੀ ਹੁੰਦੇ ਹਨ। ਪੰਚੇ ਪਾਵਹਿ ਦਰਗਹਿ ਮਾਨ। ਉਹ ਪੰਜੇ ਸ੍ਰੇਸ਼ਟ ਗੁਰਮੁਖ ਜਨ ਸੰਤ ਜਨ ਧਰਮਰਾਜ ਦੀ ਦਰਗਾਹ ਦੇ ਵਿੱਚ ਵੀ ਜਾ ਕੇ ਉਹ ਮਾਨ ਆਦਰ ਪਾਉਂਦੇ ਨੇ। ਤੇ ਰੇ ਰੇ ਦਰਗਹਿ ਕਹੈ ਨਾ ਕਉ, ਆਓ ਬੈਠ ਆਦਰ ਸ਼ੁਭ ਦੇਊ। ਤੇ ਇਸ ਕਰਕੇ ਉਹ ਪ੍ਰਮਾਤਮਾ ਦੇ ਦਰ 'ਤੇ ਜਾ ਕੇ ਵੀ ਮਾਣ ਇੱਜ਼ਤ ਪਾਉਂਦੇ ਨੇ। ਜਿਵੇਂ ਸਵਰਗਾਂ ਦੇ ਵਿੱਚ ਜਾ ਕੇ ਰਾਜੇ ਜਨਕ ਨੇ ਇੱਜ਼ਤ ਪਾਈ ਸੀ। ਸੋ ਇਸ ਕਰਕੇ ਉਹਨਾਂ ਦੇ ਦਰਸ਼ਨ ਕਰਕੇ ਪਾਪੀ ਵੀ ਤਰ ਜਾਂਦੇ ਨੇ। ਸੋ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ, ਬੰਦਗੀ ਕਰਨ ਵਾਲੇ, ਜਿਹੜਾ ਵੀ ਉਹਨਾਂ ਦੇ ਸੰਪਰਕ ਦੇ ਵਿੱਚ ਆ ਜਾਂਦਾ ਹੈ ਗੁਰਮੁਖ ਪਿਆਰਿਓ, ਉਹ ਉਹਨਾਂ ਦਾ ਵੀ ਭਲਾ ਕਰ ਦਿੰਦੇ ਨੇ, ਲੋਕ ਪਰਲੋਕ ਸਵਾਰ ਦਿੰਦੇ ਹਨ। ਪੰਚੇ ਸੋਹੈ ਦਰ ਰਾਜਾਨ। ਉਹ ਪੰਚੇ ਸ੍ਰੇਸ਼ਟ ਰੱਬ ਦੇ ਪਿਆਰੇ ਸੰਸਾਰ ਦੇ ਵਿੱਚ ਰਾਜਾਨ, ਰਾਜਿਆਂ ਦੇ ਦਰ ਕਹੀਏ ਦਰਾਂ ਦੇ ਵਿੱਚ ਸੁਹ ਹੈ ਸੋਭਾ ਪਾਉਂਦੇ ਨੇ। ਭਾਵ ਸੰਤ ਭਗਤਾਂ ਦਾ ਰਾਜਿਆਂ ਦੇ ਦਰਬਾਰਾਂ ਦੇ ਵਿੱਚ ਵੀ ਸਨਮਾਨ ਹੁੰਦਾ ਹੈ। ਜਿਵੇਂ ਸੰਤ ਬਾਬਾ ਆਤਰ ਸਿੰਘ ਜੀ ਮਸਤੂਆਣੇ ਵਾਲਿਆਂ ਦਾ ਮਹਾਰਾਜਾ ਪਟਿਆਲਾ ਦੇ ਦਰਬਾਰ ਵਿੱਚ ਸਨਮਾਨ ਹੁੰਦਾ ਸੀ। ਸੋ ਇਸ ਤਰ੍ਹਾਂ ਹੋਰ ਵੀ ਨੇਕਾਂ ਪ੍ਰਮਾਣ ਮਿਲ ਜਾਂਦੇ ਨੇ। ਤੇ ਉਹ ਪੰਚੇ ਸ੍ਰੇਸ਼ਟ ਜਨ ਜਿਹੜੇ ਨੇ ਰਾਜਾਨ, ਰਾਜਿਆਂ ਦੇ ਰਾਜੇ ਵਿਸ਼ਨੂੰ ਭਗਵਾਨ ਦੇ ਦਰ ਵੈਕੁੰਠ ਦੇ ਵਿੱਚ ਸੁਹਾ ਸੋਂਦੇ ਨੇ। ਸੋ ਇਸ ਤਰ੍ਹਾਂ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਭਾਈ ਉਹਨਾਂ ਦਾ ਮਾਣ ਸਨਮਾਨ ਰਾਜਿਆਂ ਦੇ ਵਾਂਗ ਹੁੰਦਾ ਹੈ। ਪਾਤਸ਼ਾਹੀ ਭਗਤ ਜਨਾਂ ਕੋ ਦਿੱਤੀਆਂ ਨ, ਸਿਰ ਛੱਤ ਸੱਚਾ ਹਰ ਬਣਾਏ। ਉਹ ਵਾਹਿਗੁਰੂ ਜੀ ਪਾਤਸ਼ਾਹੀਆਂ ਆਪ ਬਖਸ਼ਿਸ਼ ਕਰਦਾ ਹੈ। ਪੰਚਾਂ ਕਾ ਗੁਰ ਏਕ ਧਿਆਨ। ਉਹ ਪੰਚਾਂ ਸ੍ਰੇਸ਼ਟ ਸੰਤ ਜਨਾਂ ਦਾ ਹਰ ਸਮੇਂ ਇੱਕ ਉਸ ਵਾਹਿਗੁਰੂ ਪਰਮਾਤਮਾ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਧਿਆਨ ਜੁੜਿਆ ਰਹਿੰਦਾ ਹੈ। ਜੇਤਾ ਪੇਖਣ ਤੇਤਾ ਧਿਆਨ, ਹਰ ਵੇਲੇ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਉਹਨਾਂ ਦਾ ਧਿਆਨ ਜੁੜਿਆ ਰਹਿੰਦਾ ਹੈ। ਸੋ ਫਿਰ ਸਿੱਧਾ ਨੇ ਕਿਹਾ ਮਹਾਰਾਜ
ਆਪ ਜੀ ਨਿਧਿਆਸਨ ਦੇ ਸਰੂਪ ਬਾਰੇ ਜ਼ਰੂਰ ਦੱਸਣਾ ਕਰੋ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਉਹਨਾਂ ਸਿੱਧਾਂ ਨੂੰ ਸਮਝਾ ਰਹੇ ਹਨ। ਪੰਚ ਪਰਵਾਨ ਪੰਚ ਪ੍ਰਧਾਨ। ਮਹਾਰਾਜ ਕਹਿੰਦੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਸਿੱਧ ਪੁਰਸ਼ੋ, ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਪੰਜਾਂ ਗੁਣਾਂ ਸਤ, ਸੰਤੋਖ, ਦਇਆ, ਧਰਮ, ਵਿਚਾਰ ਨੂੰ ਧਾਰ ਕੇ ਇਸ ਲੋਕ ਦੇ ਵਿੱਚ ਪ੍ਰਮਾਣਿਕ ਹੁੰਦੇ ਨੇ ਤੇ ਇਸ ਜਾਤੀ ਬਿਰਤੀ ਦਾ ਪ੍ਰਵਾਹ ਆਖਿਆ। ਤੇ ਪੰਜਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਤਿਆਗ ਕੇ ਪਤਾਲ ਲੋਕ ਦੇ ਵਿੱਚ ਵੀ ਪ੍ਰਧਾਨ ਕਹੀਏ ਮੁਖੀ ਹੋ ਜਾਂਦੇ ਨੇ। ਇਹ ਵਿਜਾਤੀ ਬਿਰਤੀ ਦਾ ਤਿਰਸਕਾਰ ਹੈ ਜਿਹਦੇ ਵਿੱਚ ਮਾਇਆ ਦਾ ਤਿਆਗ ਕਥਨ ਕੀਤਾ ਹੈ। ਸੋ ਅੱਗੇ ਸਤਿਗੁਰੂ ਜੀ ਉਚਾਰਨ ਕਰਦੇ ਹਨ। ਪੰਚੇ ਪਾਵਹਿ ਦਰਗਹਿ ਮਾਨ। ਉਹ ਰੱਬ ਦੇ ਪਿਆਰੇ ਪੰਚੇ ਸ਼ਬਦ, ਸਪਰਸ, ਰੂਪ, ਰਸ, ਗੰਧ, ਇਹਨਾਂ ਪੰਜਾਂ ਵਿਸ਼ਿਆਂ ਨੂੰ ਤਿਆਗ ਕੇ ਪ੍ਰਮਾਤਮਾ ਦੀ ਸੱਚੀ ਦਰਗਾਹ ਦੇ ਵਿੱਚ ਮਾਣ ਸਨਮਾਨ ਆਦਰ ਪਾਉਂਦੇ ਹਨ। ਪੰਚੇ ਸੋਹੈ ਦਰ ਰਾਜਾਨ। ਉਹ ਰੱਬ ਦੇ ਪਿਆਰੇ ਸੰਤ ਭਗਤ ਪੰਜਾਂ ਜਿਹੜੇ ਤੱਤ ਨੇ, ਪ੍ਰਿਥਵੀ, ਆਕਾਸ਼, ਹਵਾ ਤੇ ਅੱਗ, ਪਾਣੀ ਦੀ ਰਹਿਣੀ ਨੂੰ ਧਾਰਨ ਕਰਕੇ ਸੰਸਾਰ ਰੂਪੀ ਦਰ ਦੇ ਵਿੱਚ ਰਾਜਾ ਰੂਪ ਹੋ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸੋਭਨੀਕ ਹੁੰਦੇ ਹਨ। ਪੰਚਾਂ ਕਾ ਗੁਰ ਏਕ ਧਿਆਨ। ਉਹ ਰੱਬ ਦੇ ਪਿਆਰੇ ਪੰਜੇ ਗਿਆਨ ਇੰਦਰੀਆਂ ਦੇ ਗੁਰ ਕਹੀਏ ਗੁਰੂ ਇੱਕ ਮਨ ਨੂੰ ਹਰ ਵਕਤ ਰੋਕਣ ਦੇ ਵਿੱਚ, ਧਿਆਨ ਦੇ ਵਿੱਚ ਲੱਗੇ ਰਹਿੰਦੇ ਨੇ ਤੇ ਹਿਰਦੇ ਦੁਆਰਾ ਏਕ ਅਦਵੈਤ ਸਰੂਪ ਵਾਹਿਗੁਰੂ ਦਾ ਧਿਆਨ ਕਰਦੇ ਹਨ। ਇਹ ਨਿਧਿਆਸਨ ਦਾ ਸਰੂਪ ਕਥਨ ਕੀਤਾ ਹੈ ਕਿ ਜਿਹਨੂੰ ਗੁਰਮੁਖ ਜਨ ਧਾਰਨ ਕਰਕੇ ਰੱਖਦੇ ਨੇ। ਨਿਧਿਆਸਨ ਕੀ ਆ? ਕਹਿੰਦੇ ਅਨਾਤਮਾਕਾਰ ਬਿਰਤੀ ਦਾ ਤਿਰਸਕਾਰ ਅਤੇ ਬ੍ਰਹਮਾਕਾਰ ਬਿਰਤੀ ਦੀ ਸਥਿਤੀ ਹੀ ਨਿਧਿਆਸਨ ਹੈ। ਸੋ ਇਸ ਤਰ੍ਹਾਂ ਕਰਕੇ ਭਾਵ ਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਸ਼ਬਦ, ਸਪਰਸ, ਰੂਪ, ਰਸ, ਗੰਧ ਵਾਲੀ ਵਿਜਾਤੀ ਬਿਰਤੀ ਅਨਾਤਮਾਕਾਰ ਬਿਰਤੀ ਹੈ। ਗੁਰਮੁਖ ਜਨ ਇਹਦਾ ਤਿਆਗ ਕਰਦੇ ਨੇ। ਸਤ, ਸੰਤੋਖ, ਦਇਆ, ਧਰਮ, ਵਿਚਾਰ, ਸੀਤਲਤਾ, ਪ੍ਰਕਾਸ਼ਤਾ, ਸਮਤਾ, ਧੀਰਜਤਾ ਅਤੇ ਅਸੰਗਤਾ ਵਾਲੀ ਜਿਹੜੀ ਬਿਰਤੀ ਸਜਾਤੀ ਬਿਰਤੀ ਹੈ, ਗੁਰਮੁਖ ਰੱਬ ਦੇ ਪਿਆਰੇ ਜਿਹੜੇ ਹੁੰਦੇ ਨੇ ਉਹ ਇਸ ਨੂੰ ਗ੍ਰਹਿਣ ਕਰਦੇ ਹਨ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀ। ਜੇ ਕੋ ਕਹੈ ਕਰੈ ਵਿਚਾਰ। ਫਿਰ ਸਿੱਧਾ ਨੇ ਪ੍ਰਸ਼ਨ ਕੀਤਾ ਵੀ ਸਤਿਗੁਰੂ ਜੀ ਆਪ ਜੀ ਦੇ ਕਹੇ ਅਨੁਸਾਰ ਭਾਵੇਂ ਪ੍ਰਮਾਤਮਾ ਬੇਅੰਤ ਆ, ਫਿਰ ਵੀ ਕੋਈ ਤਾਂ ਉਹਦੀ ਸੰਪੂਰਨ ਵਿਚਾਰ ਕਹਿੰਦਾ ਹੀ ਹੋਵੇਗਾ। ਗੁਰੂ ਨਾਨਕ ਸਾਹਿਬ ਕਹਿੰਦੇ ਜੇ ਕੋ ਕਹੈ ਕਰੈ ਵਿਚਾਰ। ਕਹਿੰਦੇ ਸਿੱਧੋ ਵੀ ਜੇ ਕੋਈ ਕਹੇ ਕਿ ਮੈਂ ਉਸ ਵਾਹਿਗੁਰੂ ਪ੍ਰਮਾਤਮਾ ਦੀ ਵਿਚਾਰ ਸੰਪੂਰਨ ਤੌਰ 'ਤੇ ਕਹਿ ਸਕਦਾ ਹਾਂ, ਭਾਵ ਉਹਦਾ ਅੰਤ ਪਾ ਸਕਦਾ ਹਾਂ, ਤਾਂ ਇਹ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਇਹ ਉਹਦੀ ਭੁੱਲ ਹੀ ਹੋਵੇਗੀ, ਕਿਉਂਕਿ ਕਰਤੇ ਕੈ ਕਰਨੈ ਨਾਹੀ ਸੁਮਾਰ। ਉਸ ਵਾਹਿਗੁਰੂ ਪਰਮਾਤਮਾ ਜਿਹੜਾ ਕਰਤਾ ਪੁਰਖ ਹੈ ਉਹਦੇ ਕਰਨਾ ਕੀਤੇ ਹੋਏ ਕਰਤੱਬਾਂ, ਭਾਵ ਆ ਜਿਹੜਾ ਸੰਸਾਰ ਉਸ ਵਾਹਿਗੁਰੂ ਨੇ ਬਣਾਇਆ ਹੈ ਤੇ ਇਹਦੀ ਸੁਮਾਰਕ ਇਹ ਗਿਣਤੀ ਨਹੀਂ ਕੀਤੀ ਜਾ ਸਕਦੀ। ਉਸ ਵਾਹਿਗੁਰੂ ਪਰਮਾਤਮਾ ਦੀ ਸੰਪੂਰਨ ਵਿਚਾਰ ਤਾਂ ਕੀ ਹੋ ਸਕਦੀ ਹੈ। ਤੇ ਫਿਰ ਸਿੱਧਾ ਨੇ ਪ੍ਰਸ਼ਨ ਕੀਤਾ, ਕਹਿੰਦੇ ਸਤਿਗੁਰੂ ਜੀ ਉਹਦੇ ਕਰਤੱਬਾਂ ਦਾ ਪਤਾ ਕਿਉਂ ਨਹੀਂ ਲੱਗ ਸਕਦਾ? ਇਹ ਸੰਸਾਰ ਕਰਤੇ ਵਾਹਿਗੁਰੂ ਨੇ ਬਣਾ ਕੇ 84 ਲੱਖ ਜੂਨਾਂ ਪੈਦਾ ਜਿਹੜੀਆਂ ਕੀਤੀਆਂ ਨੇ,
50 ਕਰੋੜ ਯੋਜਨ ਧਰਤੀ ਆ ਜਿਹੜੀ ਇੱਕ ਧੌਲ ਬਲਦ ਨੇ ਚੁੱਕੀ ਹੋਈ ਆ, ਵੀ ਅਕਸਰ ਜਿਹੜਾ ਉਹ ਧੌਲ ਬਲਦ ਆ ਉਹ ਕਿੱਡਾ ਕੁ ਵੱਡਾ ਸ਼ਕਤੀਸ਼ਾਲੀ ਆ, ਉਹ ਕਿਹੋ ਜਿਹੇ ਸਰੂਪ ਵਾਲਾ ਵਾ। ਤੇ ਇਹ ਸਭ ਉਸੇ ਦੇ ਹੀ ਕਰਤੱਵ ਨੇ। ਤੇ ਇਹ ਸੁਣ ਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਸਮਝਾ ਰਹੇ ਹਨ। ਧੌਲ ਧਰਮ ਦਇਆ ਕਾ ਪੂਤ। ਗੁਰੂ ਨਾਨਕ ਸਾਹਿਬ ਕਹਿੰਦੇ ਸਿੱਧੋ ਸੱਚ ਤਾਂ ਇਹ ਹੈ ਵੀ ਜਿਸ ਧੌਲ ਬਲਦ ਦਾ ਤੁਸੀਂ ਜ਼ਿਕਰ ਕਰਦੇ ਹੋ, ਜਿਹਦੀ ਗੱਲ ਤੁਸੀਂ ਕਰਦੇ ਹੋ, ਉਹ ਹੱਡ ਚੰਮ ਜਾਂ ਮਿੱਟੀ ਪੱਥਰ ਦਾ ਬਲਦ ਨਹੀਂ ਹੈ। ਉਹ ਤਾਂ ਧਰਮ ਰੂਪੀ ਧੌਲਾ ਕਹੀਏ ਬਲਦ ਆ, ਜਿਹਦੇ ਆਸਰੇ ਧਰਤੀ ਖੜੀ ਹੈ। ਦਇਆ ਕਾ ਪੂਤ, ਦਇਆ ਦਾ ਪੁੱਤਰਾ, ਭਾਵ ਦਇਆ ਦੇ ਵਿੱਚੋਂ ਧਰਮ ਪੈਦਾ ਹੁੰਦਾ। ਜਿਹੜੇ ਬੰਦੇ ਦੇ ਅੰਦਰ ਦਇਆ ਨਹੀਂ ਉਹ ਧਰਮ ਹੀ ਨਹੀਂ ਹੋ ਸਕਦਾ, ਤੇ ਦਇਆ ਤੋਂ ਬਿਨਾਂ ਹਿਰਦੇ ਵਿੱਚ ਧਰਮ ਪੈਦਾ ਨਹੀਂ ਹੁੰਦਾ। ਇਸ ਕਰਕੇ ਧਰਮ ਹੀ ਧਰਤੀ ਦਾ ਆਸਰਾ ਵਾ। ਸਾਰੀ ਧਰਤੀ ਧਰਮ ਦੇ ਸਹਾਰੇ ਤੇ ਖੜੀ ਆ ਵੀ ਧਰਮ, ਕਿਉਂਕਿ ਵੀ ਧਰਮ ਨਾਮ ਹੀ ਧਾਰਨ ਕਰਨੇ ਯੋਗ ਹੈ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪਹਿਲਾਂ ਜੀਵ ਨੂੰ ਦਇਆ ਧਾਰਨ ਕਰਨੀ ਚਾਹੀਦੀ ਹੈ। ਜੇ ਦਇਆ ਅੰਦਰ ਹੋਵੇਗੀ ਫਿਰ ਉਹ ਧਰਮੀ ਹੋ ਸਕਦਾ ਹੈ। ਤੇ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾਉਂਦੇ ਨੇ। ਕਹਿੰਦੇ ਧਰਮ ਦੀ ਦੂਸਰੀ ਰਾਜਧਾਨੀ ਤੀਰਥ ਵੀ ਹੁੰਦੇ ਨੇ। ਕਈ ਲੋਕ ਤੀਰਥਾਂ ਦੇ ਉੱਪਰ ਜਾ ਕੇ ਧਰਮ ਦੀ ਸਿੱਖਿਆ ਗ੍ਰਹਿਣ ਕਰਦੇ ਨੇ, ਪਰ ਧਰਮ ਦੀ ਸਿੱਖਿਆ ਗੁਰਮੁਖ ਪਿਆਰੋ ਤੀਰਥਾਂ ਤੋਂ ਜਾ ਕੇ ਧਾਰਨ। ਜੇ ਉੱਥੇ ਅਸੀਂ ਤੀਰਥਾਂ 'ਤੇ ਜਾ ਕੇ ਨਾਮ ਦੀ ਗੱਲ, ਬਾਣੀ ਦੀ ਗੱਲ, ਸਤ ਸੰਤੋਖ, ਦਇਆ ਆਦਿਕ ਧਰਮ ਦੀ ਗੱਲ ਅਸੀਂ ਉੱਥੋਂ ਪੱਲੇ ਬੰਨ੍ਹ ਕੇ ਲੈ ਕੇ ਆਵਾਂਗੇ, ਫਿਰ ਤੀਰਥਾਂ 'ਤੇ ਜਾ ਕੇ ਵੀ ਧਰਮ ਦੀ ਪ੍ਰਾਪਤੀ ਹੁੰਦੀ ਹੈ। ਕਈ ਵਾਰ ਅਸੀਂ ਤੀਰਥਾਂ 'ਤੇ ਜਾਂਦੇ ਹਾਂ ਤੇ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਚਨ ਨੇ, ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਭਾਉ ਲੱਥੀ ਨਹਾਤਿਆਂ ਦੋਏ ਭਾ ਚੜੀਏ ਸਹੋਰ। ਤੇ ਉੱਥੇ ਤੀਰਥਾਂ 'ਤੇ ਜਾ ਕੇ ਕਈ ਵਾਰੀ ਹੰਕਾਰ ਆ ਜਾਂਦਾ ਵੀ ਮੈਂ ਤਾਂ ਜੀ ਇੰਨੇ ਵਾਰੀ ਅੰਮ੍ਰਿਤਸਰ ਸਾਹਿਬ ਗਿਆ, ਇੰਨੇ ਵਾਰੀ ਮੈਂ ਹਜ਼ੂਰ ਸਾਹਿਬ ਜਾ ਆਇਆ, ਇੰਨੇ ਵਾਰੀ ਮੈਂ ਹੇਮਕੁੰਡ ਸਾਹਿਬ ਜਾ ਕੇ ਆਇਆ। ਉਹ ਹੰਕਾਰ ਹੋ ਜਾਂਦਾ। ਪਰ ਜਾਣਾ ਕਿੰਨੇ ਵਾਰੀ ਗਿਆ ਪਤਾ ਤਾਂ ਉੱਥੋਂ ਲੱਗਦਾ ਵੀ ਤੂੰ ਉੱਥੋਂ ਸਿੱਖਿਆ ਕੀ ਲੈ ਕੇ ਆਇਆ। ਤੀਰਥਾਂ 'ਤੇ ਇਸ਼ਨਾਨ ਕੀਤਾ, ਸਤਿਗੁਰੂ ਜੀ ਕਹਿੰਦੇ ਫਿਰ ਤੂੰ ਤਾਂ ਅੰਦਰ ਹੰਕਾਰ ਚੱਕੀ ਫਿਰਦਾ। ਤੀਰਥ ਨਹਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ। ਤੇਰੇ ਤੀਰਥਾਂ 'ਤੇ ਨਹਾਉਣ ਦਾ ਕੀ ਫਾਇਦਾ ਜੇ ਤੇਰੇ ਅੰਦਰ ਹਉਮੈ ਜਾਗੀ ਹੋਈ ਆ। ਮੈਲ ਹਉਮੈ ਦੀ ਤੂੰ ਨਾਲ ਹੀ ਚੱਕੀ ਫਿਰਦਾ ਵਾਂ। ਤੀਰਥ ਨਹਾਏ ਕਹਾ ਸੁਚ ਸੈਲ, ਮਨ ਕੋ ਵਿਆਪੈ ਹਉਮੈ ਮੈਲ। ਵੀ ਤੇਰੇ ਮਨ ਨੂੰ ਤਾਂ ਹਉਮੈ ਦੀ ਮੈਲ ਲੱਗੀ ਹੈ। ਜਿਨ੍ਹਾਂ ਤੀਰਥਾਂ ਉੱਤੇ ਧਰਮ ਨੇ ਫੈਲਣਾ ਸੀ, ਅੱਜ ਉੱਥੋਂ ਵੀ ਧਰਮ ਆਪਣਾ ਵਜੂਦ ਗਵਾਉਂਦਾ ਜਾ ਰਿਹਾ ਹੈ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਧਰਮ ਜਿਹੜਾ ਹੈ ਇਹਨੂੰ ਪਹਿਲਾਂ ਸਾਡੇ ਅੰਦਰ ਦਇਆ ਆਉਣੀ ਚਾਹੀਦੀ ਹੈ। ਜੇ ਸਾਡੇ ਅੰਦਰ ਦਇਆ ਹੋਵੇਗੀ ਫਿਰ ਸਾਡੇ ਅੰਦਰੋਂ ਧਰਮ ਜਿਹੜਾ ਹੈ ਉਹ ਪੈਦਾ ਹੋਵੇਗਾ। ਹਰ ਇੱਕ ਜੀਵ ਦੇ ਉੱਪਰ ਦਇਆ ਕਰਨੀ ਚਾਹੀਦੀ ਹੈ। ਅੱਜ ਸਾਡੇ ਅੰਦਰੋਂ ਜਿਹੜੀ ਦਇਆ ਹੈ ਉਹ ਵੀ ਪਿਆਰਿਓ ਖਤਮ ਹੁੰਦੀ ਜਾਂਦੀ ਆ। ਇਸੇ ਕਰਕੇ ਅਸੀਂ ਧਰਮ ਨੂੰ ਧਾਰਨ ਨਹੀਂ ਕਰ ਸਕਦੇ। ਤੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਆਗਮਨ ਤੋਂ ਪਹਿਲਾਂ ਸੰਸਾਰ ਦੀ ਹਾਲਤ ਬੜੀ ਵਿਗੜ ਚੁੱਕੀ ਸੀ। ਧਰਮ ਜਿਹੜਾ ਸੀ ਉਹ ਅਲੋਪ ਹੋ ਰਿਹਾ ਸੀ। ਚਾਰੇ ਪਾਸੇ ਝੂਠ ਦਾ ਬੋਲਬਾਲਾ ਸੀ, ਕੂੜ ਦਾ। ਤੇ ਚਾਰੇ ਵਰਨਾਂ ਦੇ ਲੋਕ ਤੇ ਵੱਖ-ਵੱਖ ਮਜ਼ਹਬਾਂ ਦੇ ਲੋਕ ਆਪਸ ਦੇ ਵਿੱਚ ਲੜਦੇ ਰਹਿੰਦੇ ਸੀ। ਜਿਵੇਂ ਕਿ ਗੁਰੂ ਘਰ ਦੇ ਮਹਾਨ ਵਿਦਵਾਨ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਚਾਰ ਵਰਨ ਚਾਰ ਮਜ਼ਹਬ ਜਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਵਕੀਲ ਤਕੱਬਰੀ ਖਿੰਚੋ ਤਾਨ ਕਰੇਣ ਧੰਗਾਣੇ, ਸੱਚ ਕਿਨਾਰੇ ਰਹਿ ਗਿਆ ਖਹਿ ਮਰਦੇ ਬ੍ਰਾਹਮਣ ਮੌਲਾਣੇ। ਤੇ ਇਸ ਤਰ੍ਹਾਂ ਕਰਕੇ ਮਜ਼ਹਬੀ ਜਨੂਨ 'ਚ ਆ ਕੇ ਜ਼ੁਲਮ ਕਰਨ ਵਾਲਿਆਂ ਦੇ ਸੰਬੰਧੀ ਇਸ ਪ੍ਰਕਾਰ ਕਹਿਣਾ ਕੀਤਾ ਹੈ। ਭਾਈ ਗੁਰਦਾਸ ਜੀ ਦੇ ਵਚਨ ਨੇ, ਵਹੁ ਬਾਟੀ ਜਗ ਚੱਲੀਆ ਤਬ ਹੀ ਪਏ ਮੁਹੰਮਦ ਯਾਰਾ, ਕੌਮ 72 ਸੰਗ ਕਰ ਬਹੁ ਬਿਦ ਵੈਰ ਵਿਰੋਧ ਪਸਾਰਾ, ਰੋਜੇ ਈਦ ਨਮਾਜ਼ ਕਰ ਕਰਮੀ ਬੰਦ ਕੀਆ ਸੰਸਾਰਾ, ਪੀਰ ਪੈਕੰਬਰ ਔਲੀਏ ਗੌਸ ਕੁਤਬ ਬਹੁ ਭੇਖ ਸਵਾਰਾ,
ਠਾਕੁਰ ਦੁਆਰੇ ਢਾਹਿ ਕੈ ਤਹਿ ਠੌੜੀ ਮਾਸੀਤ ਉਸਾਰਾ ਮਾਰਨ ਗਊ ਗਰੀਬ ਨੋ ਧਰਤੀ ਉੱਪਰ ਪਾਪ ਬਿਥਾਰਾ ਕਾਫਰ ਮੁਲਹਦ ਇਰਮਨੀ ਰੂਮੀ ਜੰਗੀ ਦੁਸ਼ਮਣ ਦਾਰਾ ਪਾਪੇ ਦਾ ਵਰਤਿਆ ਪਾਸਾਰਾ। ਸੋ ਇਸ ਪ੍ਰਕਾਰ ਉਸ ਸਮੇਂ ਜਿਹੜਾ ਪਖੰਡ ਸੀ ਉਹ ਬਹੁਤ ਜ਼ਿਆਦਾ ਦੁਨੀਆ ਦੇ ਵਿੱਚ ਫੈਲ ਚੁੱਕਿਆ ਸੀ। ਰਾਜੇ ਪਾਪ ਕਮਾ ਰਹੇ ਸੀ, ਉਲਟੀ ਵਾੜ ਹੀ ਖੇਤ ਨੂੰ ਖਾ ਰਹੀ ਸੀ। ਸੋ ਇਸ ਪ੍ਰਕਾਰ ਗੁਰਮੁਖ ਪਿਆਰਿਓ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਦੁਨੀਆ ਦੇ ਵਿੱਚ ਆ ਕੇ, ਸੰਸਾਰ ਦੇ ਵਿੱਚ ਆ ਕੇ, ਸਤਿਗੁਰੂ ਜੀ ਨੇ ਫਿਰ 4 ਉਦਾਸੀਆਂ ਕੀਤੀਆਂ ਤੇ ਪ੍ਰਮਾਤਮਾ ਨੇ ਫਿਰ ਪੁਕਾਰ ਸੁਣੀ। ਜਦੋਂ ਧਰਤੀ ਦੇ ਉੱਪਰ ਇੰਨਾ ਪਾਪ ਵਧਿਆ ਹੋਇਆ ਸੀ, ਸੁਣੀ ਪੁਕਾਰ ਦਾਤਾਰ ਪ੍ਰਭੂ ਗੁਰੂ ਨਾਨਕ ਜਗ ਮਾਹੇ ਪਠਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਇਸ ਦੁਨੀਆ ਦੇ ਵਿੱਚ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਉਦਾਸੀਆਂ ਕੀਤੀਆਂ ਤੇ ਸਾਰੀ ਭੁੱਲੀ ਹੋਈ, ਭਟਕੀ ਹੋਈ ਲੋਕਾਈ ਨੂੰ ਤੇ ਗੁਰਮੁਖ ਪਿਆਰੋ ਸਿੱਧੇ ਰਸਤੇ ਪਾਇਆ। ਸੋ ਇਸ ਪ੍ਰਕਾਰ ਧਰਮ ਦੀ ਰੱਖਿਆ ਲਈ, ਆ ਧਰਮ ਨੂੰ ਜੜੋਂ ਖਤਮ ਕਰਨ ਦੇ ਲਈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਦੁਨੀਆ ਦੇ ਵਿੱਚ ਆ ਕੇ ਨਾਮ ਬਾਣੀ ਦਾ ਸੱਚਾ ਜਿਹੜਾ ਰਸਤਾ ਸੀ ਉਹ ਦਿਖਾ ਕੇ ਲੋਕਾਂ ਨੂੰ ਤਾਰਨਾ ਕੀਤਾ ਤੇ ਸਮੁੱਚੀ ਮਨੁੱਖਤਾ ਨੂੰ ਸਾਂਝਾ ਉਪਦੇਸ਼ ਬਖਸ਼ਿਆ ਤੇ ਲੋਕਾਂ ਦੀ ਕਲਿਆਣ ਹੋਈ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਵੀ ਸਿੱਧੋ ਧਰਮ ਰੂਪੀ ਹੀ ਧੌਲ ਬਲਦ ਹੈ, ਜਿਹੜਾ ਦਇਆ ਦਾ ਪੁੱਤਰ ਆ, ਭਾਵ ਦਇਆ ਦੇ ਵਿੱਚੋਂ ਹੀ ਧਰਮ ਜਿਹੜਾ ਉਹ ਪੈਦਾ ਹੁੰਦਾ ਹੈ, ਉਹਦੇ ਆਸਰੇ ਤੇ ਇਹ ਧਰਤੀ ਖੜੀ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ, ਜਿਸ ਵਾਹਿਗੁਰੂ ਨੇ ਸਾਰੇ ਜਗਤ ਦੀ ਕਹੀਏ ਸੂਤ, ਸੂਤ ਦਾ ਜਿਵੇਂ ਆਪਾਂ ਕੋਈ ਮਕਾਨ ਬਣਾਉਂਦੇ ਹਾਂ, ਮਿਸਤਰੀ ਕੰਧ ਕੱਢਦੇ ਨੇ, ਉਹ ਸੂਤ ਲਾ ਕੇ ਕੱਢਦੇ ਨੇ ਉਹਨੂੰ ਸੂਤਰ ਦੇ ਵਿੱਚ, ਭਾਵ ਕਿ ਮਰਿਆਦਾ ਦੇ ਵਿੱਚ। ਜੇ ਕੰਧ ਸੂਤ ਲਾ ਕੇ ਨਾ ਕੱਢੀ ਜਾਵੇ ਉਹ ਵਿੰਗੀ ਟੇਢੀ ਹੋਵੇਗੀ, ਡਿੱਗ ਪਵੇਗੀ, ਭਾਵ ਮਰਿਆਦਾ ਦੇ ਵਿੱਚ ਕੱਢੀ ਜਾਂਦੀ ਆ। ਇਸੇ ਤਰ੍ਹਾਂ ਸਾਨੂੰ ਵੀ ਜੇ ਅਸੀਂ ਆਪਾਂ ਮਰਿਆਦਾ ਦੇ ਵਿੱਚ ਰਹਾਂਗੇ, ਜੀਵਨ ਮਰਿਆਦਾ ਦੇ ਵਿੱਚ ਰਹੇਗਾ, ਫਿਰ ਪ੍ਰਮਾਤਮਾ ਦੇ ਦਰ ਤੇ ਪ੍ਰਮਾਣ ਹੋਵਾਂਗੇ। ਮਹਾਰਾਜ ਕਹਿੰਦੇ ਪਰਮੇਸ਼ਰ ਨੇ ਸਾਰੇ ਜਗਤ ਨੂੰ, ਸਾਰੀ ਦੁਨੀਆ ਨੂੰ ਮਰਿਆਦਾ ਦੇ ਵਿੱਚ, ਉਹ ਪਰਮੇਸ਼ਰ ਵਾਹਿਗੁਰੂ ਨੇ ਮਰਿਆਦਾ ਭਾਵ ਪ੍ਰਬੰਧ ਨੂੰ ਉਸ ਧਰਮ ਰੂਪੀ ਬਲਦ ਦੇ ਉੱਪਰ ਸੰਤੋਖ ਦੁਆਰਾ ਸਥਾਪਿਤ ਕੀਤਾ ਹੋਇਆ। ਸੋ ਇਸ ਕਰਕੇ ਸਾਰੇ ਜਿੰਨੇ ਵੀ ਜੀਵ ਜੰਤ ਨੇ ਸਾਰੇ ਉਸ ਵਾਹਿਗੁਰੂ ਦੇ ਮਰਿਆਦਾ ਦੇ ਵਿੱਚ ਨੇ, ਸਭ ਦੀ ਆਪੋ ਆਪਣੀ ਮਰਿਆਦਾ ਹੈ। ਜੇ ਕੋ ਬੁੱਝੈ ਹੋਵੈ ਸਚਿਆਰ, ਜਿਹੜਾ ਵੀ ਕੋਈ ਇਸ ਭੇਦ ਨੂੰ ਬੁੱਝਿਆ ਕਹੀਏ ਸਮਝ ਲੈਂਦਾ ਹੈ, ਉਹ ਸਚਿਆਰ ਸੱਚੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਦਾ ਹੀ ਰੂਪ ਹੋ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਸਿੱਧੋ, ਜੇ ਕੋਈ ਇਸ ਇੰਨੀ ਗੱਲ ਨੂੰ ਸਮਝ ਲਵੇ, ਫਿਰ ਉਹ ਸਚਿਆਰ ਸਚਾਈ ਵਾਲਾ ਜਾਣ ਕੇ ਕਹੇ ਕਿ ਗਾਂ ਦਾ ਵੱਛਾ ਬਲਦ ਹੀ ਧਰਤੀ ਚੁੱਕੀ ਖੜਾ ਹੈ, ਤਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਫਿਰ ਮੈਂ ਪੁੱਛਦਾ ਹਾਂ ਕਿ ਤਵਲੇ ਉੱਪਰ ਕੀਤਾ ਭਾਰ। ਇਹ ਹੁਣ ਸਵਾਲ ਕਰ ਰਹੇ ਨੇ ਗੁਰੂ ਨਾਨਕ ਸਾਹਿਬ ਜੀ ਸਿੱਧਾਂ ਨੂੰ। ਕਹਿੰਦੇ ਜੇ ਬਲਦ ਨੇ ਧਰਤੀ ਚੁੱਕੀ ਆ ਤੇ ਉਹਦੇ ਉੱਪਰ ਕਿੰਨਾ ਕੁ ਭਾਰ ਵਜਨ, ਤੇ ਉਹਦੇ ਭਾਰ ਦਾ ਕੋਈ ਅੰਦਾਜ਼ਾ ਤਾਂ ਹੋਵੇਗਾ ਵੀ ਇੱਕ ਜਿਹੜਾ ਬਲਦ ਆ ਉਹ ਕਿੰਨਾ ਕੁ ਭਾਰ ਚੁੱਕ ਸਕਦਾ। ਇਹ ਗੁਰੂ ਨਾਨਕ ਸਾਹਿਬ ਪ੍ਰਸ਼ਨ ਕਰ ਰਹੇ ਨੇ ਸਿੱਧਾਂ ਨੂੰ ਵੀ ਉਹ ਕਿੰਨਾ ਕੁ ਬਲਵਾਨ ਹੈ। ਤੇ ਫਿਰ ਇੱਕ ਸਿੱਧ ਨੇ ਕਿਹਾ, ਕਹਿੰਦਾ ਜੀ ਹੋ ਸਕਦਾ ਵੀ ਜਿੱਡੀ ਵੱਡੀ ਧਰਤੀ ਆ ਵੀ ਇਹਦੇ ਥੱਲੇ ਬਲਦ ਵੀ ਉਨਾ ਹੀ ਵੱਡਾ ਹੋਵੇਗਾ, ਬਲਵਾਨ ਤਕੜਾ ਹੋਵੇਗਾ। ਇਹ ਸੁਣ ਕੇ ਗੁਰੂ ਨਾਨਕ ਸਾਹਿਬ ਕਹਿੰਦੇ ਸਿੱਧੋ ਵੈਸੇ ਤਾਂ ਇਹ ਗੱਲ ਬਣਦੀ ਨਹੀਂ, ਜੇ ਤੁਸੀਂ ਇਹ ਕਹਿ ਕੇ ਪ੍ਰਸੰਨ ਵੀ ਹੋ, ਫਿਰ ਮਹਾਰਾਜ ਕਹਿੰਦੇ ਇਹਦੇ ਨਾਲ ਤੁਸੀਂ ਇਹ ਗੱਲ ਦੱਸੋ ਵੀ ਉਹ ਬਲਦ ਕਿਹਦੇ ਆਸਰੇ ਖੜਾ। ਤਾਂ ਸਿੱਧਾ ਨੇ ਕਿਹਾ ਵੀ ਮਹਾਰਾਜ ਉਹਦੇ ਹੇਠਾਂ ਫਿਰ ਹੋਰ ਧਰਤੀ ਹੋਊਗੀ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਧਰਤੀ ਹੋਰ ਪਰੈ ਹੋਰ ਹੋਰ। ਕਹਿੰਦੇ ਜੇ ਉਹ ਬਲਦ ਦੇ ਹੇਠਾਂ ਇੱਕ ਧਰਤੀ ਹੋਰ ਹੈ, ਤਾਂ ਫਿਰ ਉਸ ਧਰਤੀ ਤੋਂ ਪਰੈ ਹੇਠਾਂ ਹੋਰ ਬਲਦ ਮੰਨਣਾ ਪਊਗਾ, ਵੀ ਉਹਦੇ ਹੇਠਾਂ ਫਿਰ ਹੋਰ ਧਰਤੀ ਮੰਨਣੀ ਪਊਗੀ। ਤੇ ਇਸ ਪ੍ਰਕਾਰ ਅਨੇਕਾਂ ਬਲਦ ਤੇ ਅਨੇਕਾਂ ਧਰਤੀਆਂ ਮੰਨ ਲਵਾਂਗੇ ਤਾਂ ਵੀ ਕਹਿੰਦੇ ਪ੍ਰਸ਼ਨ ਬਣਦਾ ਹੈ
ਵੀ ਜਿਹੜਾ ਬਲਦ ਸਭ ਤੋਂ ਹੇਠਲਾ ਹੈ, ਤਿਸ ਤੇ ਭਾਰ ਤਲੈ ਕਵਣ ਜੋਰ। ਕਹਿੰਦੇ ਜਿਹੜਾ ਸਭ ਤੋਂ ਹੇਠਲਾ ਬਲਦ ਆ ਉਹ ਬਲਦ ਭਾਰ ਤਲੈ ਹੇਠਾਂ ਕਿਹਦੇ ਜ਼ੋਰ ਤੇ ਕਿਹਦੇ ਬਲ ਦੇ ਆਸਰੇ ਖੜਾ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸਿੱਧਾਂ ਨੂੰ, ਕਹਿੰਦੇ ਵੀ ਦੱਸੋ ਵੀ ਉਹ ਬਲਦ ਫਿਰ ਕਿਹਦੇ ਆਸਰੇ ਖੜਾ। ਤਾਂ ਸਿੱਧਾਂ ਨੇ ਕਿਹਾ ਮਹਾਰਾਜ ਵੀ ਹੋ ਸਕਦਾ ਵੀ ਉਹ ਜਿਹੜਾ ਬਲਦ ਆ ਉਹ ਆਪਣੇ ਆਪ ਦੇ ਸਹਾਰੇ ਹੀ ਖੜਾ ਹੋਵੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਵੀ ਇਸ ਦੇ ਵਿੱਚ ਵੀ ਆਤਮ ਆਸਰਿਤ ਦੋਸ਼ ਆਵੇਗਾ, ਕਿਉਂਕਿ ਕੋਈ ਵੀ ਜਿਹੜੀ ਵਸਤੂ ਆ ਉਹ ਆਪਣੇ ਆਸਰੇ ਨਹੀਂ ਖੜ ਸਕਦੀ। ਤਾਂ ਸਿੱਧਾਂ ਨੇ ਕਿਹਾ ਮਹਾਰਾਜ ਵੀ ਜੇ ਐਸੀ ਗੱਲ ਆ ਤਾਂ ਫਿਰ ਉਹ ਬਲਦ ਕਿਸੇ ਹੋਰ ਧਰਤੀ ਦੇ ਆਸਰੇ ਖੜਾ ਹੋਊ। ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਸਿੱਧੋ ਫਿਰ ਉਹ ਧਰਤੀ ਕਿਹਦੇ ਆਸਰੇ ਖੜੀ ਆ। ਤਾਂ ਫਿਰ ਇੱਕ ਸਿੱਧ ਹੋਰ ਬੋਲਿਆ, ਕਹਿੰਦਾ ਵੀ ਉਹ ਉਸ ਤੋਂ ਪਰੇ ਵੀ ਇੱਕ ਕਹਿੰਦਾ ਹੋਰ ਬਲਦ ਹੋਊਗਾ, ਉਹਦੇ ਆਸਰੇ ਹੀ ਦੂਜੀ ਧਰਤੀ ਖੜੀ ਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਵੀ ਜੇ ਪਹਿਲਾ ਬਲਦ ਦੂਸਰੇ ਦੇ ਆਸਰੇ ਤੇ ਦੂਜਾ ਬਲਦ ਪਹਿਲੇ ਦੇ ਆਸਰੇ ਮੰਨਾਂਗੇ ਤਾਂ ਇਸ ਵਿੱਚ ਅਨਿਓ ਆਸਰੇ ਦੋਸ਼ ਆਊਗਾ। ਤਾਂ ਇਹਦੀ ਦੋਸ਼ ਦੀ ਨਿਵਰਤੀ ਲਈ ਸਿੱਧਾਂ ਨੇ ਕਿਹਾ ਵੀ ਹੋਰ ਤੀਜੀ ਧਰਤੀ ਮੰਨਾਂਗੇ, ਉਹ ਬੈਲ ਉਹਦੇ ਆਸਰੇ ਖੜਾ ਹੋਵੇਗਾ। ਸੋ ਇਸ ਪ੍ਰਕਾਰ ਉਹਨਾਂ ਦੀ ਵਿਚਾਰ ਜਿਹੜੀ ਸੀ ਉਹ ਚੱਲਦੀ ਗਈ। ਫਿਰ ਮਹਾਰਾਜ ਕਹਿਣ ਲੱਗੇ ਅਸੀਂ ਸਾਰਿਆਂ ਦੇ ਵਿੱਚੋਂ ਕਿਸੇ ਇੱਕ ਨੂੰ ਆਸਰਾ ਰੂਪ ਮੰਨ ਲੈਂਦੇ ਹਾਂ। ਤਾਂ ਸਤਿਗੁਰੂ ਜੀ ਕਹਿਣ ਲੱਗੇ ਵੀ ਜੇ ਤੁਸੀਂ ਕਿਸੇ ਹੋਰ ਨੂੰ ਮੰਨਿਆ ਤੇ ਅਸੀਂ ਕਿਸੇ ਹੋਰ ਨੂੰ ਮੰਨਿਆ ਤਾਂ ਇਸ ਵਿੱਚ ਇੱਕ ਤਾਂ ਜੁਗਤੀ ਦਾ ਅਭਾਵ ਹੋਵੇਗਾ ਤੇ ਦੂਸਰਾ ਇਸ ਤਰ੍ਹਾਂ ਕਰਨ ਨਾਲ ਬਿਨ ਗਮਣੇ ਵਿਰਹਿ ਦੋਸ਼ ਆ ਜਾਵੇਗਾ। ਇਹ ਸੁਣ ਕੇ ਸਿੱਧ ਜਿਹੜੇ ਸੀ ਉਹ ਨਿਰੁੱਤਰ ਹੋ ਗਏ, ਉਹਨਾਂ ਨੇ ਸੀਸ ਝੁਕਾ ਲਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ। ਤੇ ਸਤਿਗੁਰੂ ਮਹਾਰਾਜ ਨੂੰ ਕਹਿਣ ਲੱਗੇ ਵੀ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਸਿੱਧੋ ਤੁਸੀਂ ਵੀ ਇਸ ਸ੍ਰਿਸ਼ਟੀ ਦੀ ਜਿਹੜੀ ਸੱਚਾਈ ਆ, ਸੱਚਾਈ ਨੂੰ ਕਬੂਲ ਕਰੋ ਕਿ ਧਰਤੀ ਦਾ ਭਾਰ ਚੁੱਕਣ ਵਾਲਾ ਕੋਈ ਬਲਦ ਨਹੀਂ, ਗਾਂ ਦਾ ਜਾਇਆ ਨਹੀਂ ਹੈ। ਜਿਹੜੀ ਇਹ ਧਰਤੀ ਆ ਇਹ ਧੌਲ ਧਰਮ ਦਇਆ ਕਾ ਪੂਤ, ਧਰਮੀ ਰੂਪੀ ਜਿਹੜਾ ਧਰਮ ਰੂਪੀ ਬਲਦ ਹੈ, ਜਿਹੜਾ ਦਇਆ ਦਾ ਪੁੱਤਰ ਆ ਤੇ ਭਾਵ ਦਇਆ ਦੇ ਵਿੱਚੋਂ ਪੈਦਾ ਹੋਇਆ ਹੈ। ਜਿਵੇਂ ਤੁਲਸੀਦਾਸ ਜੀ ਲਿਖਦੇ ਨੇ, ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ, ਤੁਲਸੀ ਦਇਆ ਨਾ ਛੋਡੀਐ, ਜਬਲਾ ਘਟ ਮੇ ਪ੍ਰਾਣ। ਇਸੇ ਧਰਮ ਰੂਪੀ ਬਲਦ ਨੇ ਸਾਰੀ ਧਰਤੀ ਦਾ ਭਾਰ ਜਿਹੜਾ ਹੈ ਉਹ ਚੁੱਕਿਆ ਹੋਇਆ ਹੈ। ਜੀ ਜਾਤ ਰੰਗਾ ਕੇ ਨਾਵ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਧੋ ਵੇਖੋ 1 ਜੂਨ ਦੇ ਵਿੱਚ ਕਿੰਨੇ ਹੀ ਜੀਵ ਜਾਤੀਆਂ ਦੇ ਨੇ ਤੇ ਉਹਨਾਂ ਦੇ ਕਿੰਨੇ ਹੀ ਰੰਗਾਂ ਕਹੀਏ ਰੰਗ ਤੇ ਨਾਮ ਨੇ। ਤੇ ਉਸ ਵਾਹਿਗੁਰੂ ਨੇ ਹੀ ਇਹ ਜੀਵ ਜਾਤ ਜਾਤੀਆਂ ਬਣਾ ਕੇ ਫਿਰ ਰੰਗਾਂ ਦੇ ਭਾਵ ਵੀ ਵੱਖ-ਵੱਖ ਸਾਰਿਆਂ ਦੇ ਨਾਮ ਬਣਾਉਣਾ ਕੀਤੇ ਹਨ। ਤੇ ਫਿਰ ਸਿੱਧ ਨੇ ਕਿਹਾ, ਕਹਿੰਦਾ ਮਹਾਰਾਜ ਵੀ ਜੀਵਾਂ ਦੇ ਮੱਥੇ ਉੱਪਰ ਜਿਹੜੇ ਲੇਖ ਵੱਖ-ਵੱਖ ਲਿਖੇ ਨੇ ਉਸ ਨਾਮ ਨੂੰ ਕੀ ਉਹ ਪਰਮਾਤਮਾ ਜਾਣਦਾ ਵਾ। ਤੇ ਗੁਰੂ ਸਾਹਿਬ ਕਹਿੰਦੇ ਵੀ ਜਿਸ ਪਰਮਾਤਮਾ ਨੇ ਸੰਤੋਖ ਦੇ ਕੇ ਸਾਰੇ ਤੱਤਾਂ ਨੂੰ ਮਰਜ਼ਾਦਾ ਦੇ ਵਿੱਚ ਰੱਖਿਆ ਹੋਇਆ ਤੇ ਕਾਇਮ ਕਰਕੇ ਰੱਖਿਆ ਵਾ, ਵਿਰੋਧੀ ਤੱਤ ਵੀ ਹੁਕਮ ਦੇ ਵਿੱਚ ਬੰਨੇ ਹੋਏ ਨੇ, ਇੱਕ ਦੂਜੇ ਨੂੰ ਨਾਸ ਨਹੀਂ ਕਰਦੇ। ਧਰਤੀ ਨਾਲੋਂ ਪਾਣੀ ਕਈ ਗੁਣਾ ਵੱਧ ਹੈ ਤੇ ਧਰਤੀ ਨੂੰ ਆਪਣੇ ਵਿੱਚ ਡੁਬੋਂਦਾ ਨਹੀਂ। ਅੱਗ ਜਿਹੜੀ ਆ ਉਹ ਜਲ ਨੂੰ ਸੁਕਾਉਂਦੀ ਨਹੀਂ, ਅੱਗ ਨੂੰ ਹਵਾ ਉਡਾਉਂਦੀ ਨਹੀਂ। ਸਾਰੇ ਹੀ ਹੁਕਮ ਦੇ ਵਿੱਚ ਚੱਲਦੇ ਨੇ। ਭੀਤਰ ਅਗਨ ਬਨਾਸਪਤ ਮੌਲੀ ਸਾਗਰ ਪੰਡਾ ਪਾਇਆ। ਤੇ ਇਸ ਪ੍ਰਕਾਰ ਧਰਮ ਰੂਪੀ ਧੌਲ ਸੰਤੋਖ ਰੂਪੀ ਸੂਤ ਰੱਸੇ ਦੇ ਨਾਲ ਪ੍ਰਮਾਤਮਾ ਨੇ ਬੰਨਿਆ ਹੋਇਆ ਤੇ ਸਾਰੇ ਸੰਸਾਰ ਦੀ ਮਰਜ਼ਾਦਾ ਜਿਹੜੀ ਆ ਉਹ ਧਰਮ ਦੇ ਉੱਪਰ ਹੀ ਸਥਾਪਿਤ ਕੀਤੀ ਹੋਈ ਹੈ। ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੱਸ ਰਹੇ ਹਨ, ਸਭ ਨਾ ਲਿਖਿਆ ਬੁੜੀ ਕਲਾਮ। ਹੇ ਸਿੱਧੋ ਜਦੋਂ ਵਾਹਿਗੁਰੂ ਦੀ ਹੁਕਮ ਰੂਪੀ ਕਲਮ ਬੁੜੀ ਕਹੀਏ ਵਗਦੀ ਹੈ, ਚੱਲਦੀ ਹੈ, ਤਾਂ ਉਸ ਵੇਲੇ ਪ੍ਰਤੱਖ ਕਲਮ ਸਿਆਹੀ ਤੋਂ ਬਿਨਾਂ ਇੱਕੋ ਵਾਰੀ ਹੀ ਸਾਰੇ ਜੀਵਾਂ ਦੇ ਮੱਥੇ ਉੱਪਰ ਵੱਖ-ਵੱਖ ਜਿਹੜੇ ਲੇਖ ਨੇ ਉਹ ਲਿਖੇ ਜਾਂਦੇ ਨੇ। ਹੁਕਮੀ ਲਿਖਿਆ ਸਿਰ ਲੇਖ ਵਿਣ ਕਲਮ ਮਸਵਾਣੀਏ।
ਤੇ ਹਾਥ ਕਲਮ ਅਗੰਮ ਮਸਤਕ ਲਿਖਾਵਤੀ। ਕਲਗੀਧਰ ਪਾਤਸ਼ਾਹ ਜੀ 10ਵੇਂ ਗ੍ਰੰਥ ਅੰਦਰ ਵਚਨ ਕਰਦੇ ਨੇ, ਕਰੀ ਲੋਹ ਕਲਮੰ ਲਿਖਿਓ ਲੇਖ ਮਾਥੋਂ। ਜਿਸ ਵੇਲੇ ਕਲਾਮ ਬਾਣੀ, ਕਲਾਮ ਦਾ ਅਰਥ ਬਾਣੀ, ਬੁੜੀ ਕਹੀਏ ਉਚਾਰੀ ਤਾਂ ਉੱਪਰ ਜਿਹੜੇ ਲੇਖ ਲਿਖਿਆ ਗਿਆ, ਜਦੋਂ ਵਾਹਿਗੁਰੂ ਨੇ ਇਹ ਕਿਹਾ ਏਕੋ ਹੰ ਬਹੁ ਸਿਆਮਾ ਪਰਜਾ ਜਾਤੇ, ਤਾਂ ਸਾਰੇ ਜੀਵ ਕਹਿੰਦੇ ਪੈਦਾ ਹੋ ਗਏ ਨੇ। ਸੋ ਇਸ ਤਰ੍ਹਾਂ ਕਰਕੇ ਫਿਰ ਸਿੱਧਾ ਨੇ ਕਿਹਾ ਵੀ ਮਹਾਰਾਜ ਜਦੋਂ ਸਾਰੇ ਜੀਵਾਂ ਦੇ ਮੱਥਿਆਂ ਦੇ ਉੱਪਰ ਉਹ ਕਲਮ ਦੇ ਨਾਲ ਲੇਖ ਲਿਖੇ ਤਾਂ ਕੀ ਸਾਰੀ ਸ੍ਰਿਸ਼ਟੀ ਆਪੇ ਹੀ ਲੇਖੇ ਹਿਸਾਬ ਕਿਤਾਬ ਦੇ ਵਿੱਚ ਆ ਗਈ ਜਾਂ ਨਹੀਂ ਆਈ? ਤਾਂ ਗੁਰੂ ਸਾਹਿਬ ਕਹਿਣ ਲੱਗੇ ਵੀ ਸਿੱਧੋ ਇਸ ਪ੍ਰਕਾਰ ਚਤੁਰਾਈ ਦੇ ਨਾਲ ਗੱਲ ਨਹੀਂ ਬਣੇਗੀ। ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਮੈਂ ਤੁਹਾਨੂੰ ਪੁੱਛਦਾ ਹਾਂ, ਇਹੋ ਲੇਖਾ ਲਿਖ ਜਾਣੈ ਕੋਏ। ਕਹਿੰਦੇ ਇਹ ਪ੍ਰਾਲਬਧ ਰੂਪੀ ਲੇਖ, ਲਿਖੇ ਹੋਏ ਲੇਖੇ ਨੂੰ ਜੇ ਕੋਈ ਜਾਣਦਾ ਹੈ ਤਾਂ ਦੱਸੋ। ਤੇ ਭਾਵ ਕੋਈ ਵੀ ਨਹੀਂ ਜਾਣ ਸਕਦਾ, ਪਰੰਤੂ ਫਿਰ ਵੀ ਜੇ ਕੋਈ ਕਹੇ ਵੀ ਮੈਂ ਜਾਣਦਾ ਹਾਂ ਤਾਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਕਹਿੰਦੇ ਦੱਸੋ। ਲੇਖਾ ਲਿਖਿਆ ਕੀਤਾ ਹੋਏ। ਉਸ ਵਾਹਿਗੁਰੂ ਦਾ ਲਿਖਿਆ ਲੇਖਾ ਕਿੰਨਾ ਕੁ ਵੱਡਾ ਹੋਵੇਗਾ। ਕੀਤਾ ਤਾਣ ਸਵਾਲਿਓ ਰੂਪ। ਉਸ ਵਾਹਿਗੁਰੂ ਦਾ ਤਾਣ ਕਹੀਏ ਬਲ ਕਿੰਨਾ ਕੁ ਹੈ, ਉਸ ਦੇ ਸੁੰਦਰ ਸਰੂਪ ਦੀ ਸਵਾਲਿਓ ਸਲਾਂਘਾ ਭਾਵ ਸਿਫਤ ਕਿੰਨੀ ਕੁ ਹੈ। ਕੀਤੀ ਦਾਤ ਜਾਣੈ ਕੌਣ ਕੂਤ। ਗੁਰੂ ਨਾਨਕ ਸਾਹਿਬ ਕਹਿੰਦੇ ਸਿੱਧੋ ਉਹ ਵਾਹਿਗੁਰੂ ਦੀ ਜੀਵਾਂ ਨੂੰ ਕੀਤੀ ਕਿੰਨੀ ਕੁ ਬਖਸ਼ਿਸ਼ ਹੈ। ਦਾਤ ਕਹੀਏ ਬਖਸ਼ਿਸ਼, ਵੀ ਕਿੰਨੀ ਕੁ ਵੱਡੀ ਬਖਸ਼ਿਸ਼ ਹੈ। ਇਸ ਗੱਲ ਨੂੰ ਕੌਣ ਕੂਤ ਕੁਵਤ ਵਾਲਾ ਬਲ ਵਾਲਾ ਜਾਣ ਸਕਦਾ ਹੈ, ਕੌਣ ਕੂਤ ਹਿਸਾਬੀ ਜਾਣ ਸਕਦਾ ਹੈ। ਸੋ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸਿੱਧੋ ਉਹ ਪ੍ਰਭੂ ਤਾਂ ਇੰਨਾ ਸ਼ਕਤੀਸ਼ਾਲੀ ਹੈ, ਪਰਮੇਸ਼ਰ ਜਿਹੜਾ ਹੈ ਕੌਣ ਕੂਤ। ਖੁਰਾਕ ਰੋਜੀ ਨੂੰ ਜਾਣ ਸਕਦਾ, ਉਸ ਵਾਹਿਗੁਰੂ ਦੀ ਨੂੰ ਕੌਣ ਜਾਣ ਸਕਦਾ ਜੋ ਕਿੰਨੀ ਦੁਨੀਆ ਨੂੰ ਰੋਜੀ ਦੇ ਰਿਹਾ ਹੈ। ਕੋਈ ਵੀ ਉਸ ਪਰਮੇਸ਼ਰ ਪਰਮਾਤਮਾ ਪ੍ਰਭੂ ਦੇ ਬਾਰੇ ਕੋਈ ਮੁਕੰਮਲ ਤੌਰ ਤੇ ਨਹੀਂ ਜਾਣ ਸਕਦਾ ਵੀ ਉਸ ਵਾਹਿਗੁਰੂ ਦੇ ਵਿੱਚ ਕਿੱਡੀ ਵੱਡੀ ਸ਼ਕਤੀ ਹੈ। ਕੀਤਾ ਪਸਾਓ ਏਕੋ ਕਵਾਓ। ਕਹਿੰਦੇ ਜਿਨੇ ਆਪਣੀ ਇੱਕ ਕਵਾਓ ਬਾਣੀ ਬਚਨ ਦੇ ਨਾਲ ਹੀ ਆ ਸਾਰੇ ਜਗਤ ਦਾ ਏਕੋ ਕਵਾਓ ਕੀਤਾ ਪਸਾਓ ਏਕੋ ਕਵਾਓ। ਕਹਿੰਦੇ ਉਸ ਵਾਹਿਗੁਰੂ ਨੇ ਇੱਕ ਬਚਨ ਬੋਲਣ ਦੇ ਨਾਲ ਹੀ ਸਾਰੇ ਜਗਤ ਦਾ ਪਸਾਓ ਪਸਾਰਾ ਕੀਤਾ ਹੈ। ਖੰਡ ਦੀਪ ਸਭ ਲੋਆ ਏਕ ਕਵਾਵੈ ਤੇ ਸਭ ਹੋਆ। ਤੇ ਉਸ ਵਾਹਿਗੁਰੂ ਇੱਕ ਪ੍ਰਭੂ ਨੇ ਹੀ ਸਾਰੀ ਦੁਨੀਆ ਨੂੰ ਪੈਦਾ ਕੀਤਾ ਹੈ। ਇੱਕੋ ਪਰਮਾਤਮਾ ਨੇ ਆਪਣੇ ਇੱਕ ਕਵਾਊ ਫੁਰਨੇ ਦੁਆਰਾ ਹੀ ਸਾਰੇ ਸੰਸਾਰ ਦਾ ਪਸਾਰਾ ਕੀਤਾ। ਭਾਵ ਉਸ ਪਰਮਾਤਮਾ ਨੇ ਫੁਰਨਾ ਕੀਤਾ ਕਿ ਮੈਂ ਇੱਕ ਤੋਂ ਅਨੇਕਾਂ ਰੂਪ ਹੋ ਜਾਵਾਂ। ਫਿਰ ਉਸ ਵਾਹਿਗੁਰੂ ਨੇ ਫੁਰਨੇ ਦੇ ਨਾਲ ਹੀ ਸਾਰੇ ਸੰਸਾਰ ਦਾ ਜਿਹੜਾ ਪਸਾਰਾ ਹੈ ਉਹ ਕਰ ਦਿੱਤਾ ਹੈ। ਤਿਸ ਤੇ ਹੋਏ ਲੱਖ ਦਰਿਆਓ। ਇਹ ਸੰਸਾਰ ਦੇ ਪ੍ਰਬੰਧ ਵਾਸਤੇ ਉਸ ਵਾਹਿਗੁਰੂ ਤੋਂ ਲੱਖਾਂ ਦਰਿਆ ਹੋ ਗਏ, ਭਾਵ ਨਦੀਆਂ ਸਮੁੰਦਰ ਹੋਣ ਦੇ ਵਿੱਚ ਆਏ। ਤੇ ਆਪਣੇ ਆਪ ਕੋਈ ਚੀਜ਼ ਪੈਦਾ ਨਹੀਂ ਹੋਈ। ਜਿਵੇਂ ਦਰਿਆ ਦੇ ਵਿੱਚ ਲੱਖਾਂ ਲਹਿਰਾਂ ਉੱਠਦੀਆਂ ਨੇ ਤੇ ਇਸੇ ਤਰ੍ਹਾਂ ਉਹਦੇ ਫੁਰਨੇ ਤੋਂ ਲੱਖਾਂ ਬ੍ਰਹਮੰਡ ਹੋਂਦ ਦੇ ਵਿੱਚ ਆਏ। ਲੱਖ ਲਖਣਾ ਕਰੋ ਵੀ ਉਹ ਪਰਮੇਸ਼ਰ ਦਰਿਆਓ ਦਰਵੀਭੂਤ ਹੈ। ਸਾਰਿਆਂ ਦੇ ਵਿੱਚ ਚੇਤਨ ਸਰੂਪ ਹੋ ਕੇ ਉਹ ਪਰਮੇਸ਼ਰ ਵਾਹਿਗੁਰੂ ਹੀ ਚੱਲ ਰਿਹਾ ਹੈ ਤੇ ਪ੍ਰਸੰਨ ਹੋ ਰਿਹਾ ਹੈ। ਇਸ ਤੇ ਉਸ ਵਾਹਿਗੁਰੂ ਤੋਂ ਹੀ ਲੱਖਾਂ ਦਰਿਆਓ ਬ੍ਰਹਮੰਡ ਪੈਦਾ ਹੋਏ ਨੇ। ਜਿਵੇਂ ਮਹਾਰਾਜ ਦੇ ਬਚਨ ਨੇ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾਰੇ। ਉਹ ਦਾਤਾ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ ਉਸੇ ਨੇ ਹੀ ਇਹ ਕਰੋੜਾਂ ਬ੍ਰਹਮੰਡ ਜਿਹੜੇ ਨੇ ਮਾਲਕ ਨੇ ਠਾਕੁਰ ਪਰਮੇਸ਼ਰ ਨੇ ਸਾਜੇ ਹਨ ਤੇ ਸਾਰਿਆਂ ਨੂੰ ਸਾਜ ਕੇ ਤੇ ਸਾਰਿਆਂ ਦੇ ਵਿੱਚ ਆਪ ਹੀ ਨਿਵਾਜ ਰਿਹਾ ਹੈ। ਕੁਦਰਤ ਕਵਣ ਕਹਾ ਵਿਚਾਰ। ਮਹਾਰਾਜ ਕਹਿੰਦੇ ਇਹ ਸਿੱਧੋ ਉਸ ਵਾਹਿਗੁਰੂ ਦੀ ਕੁਦਰਤ ਦਾ ਅਰਥ ਹੁੰਦਾ ਸ਼ਕਤੀ। ਉਹਦੀ ਸ਼ਕਤੀ ਦੀ ਵਿਚਾਰ ਨੂੰ ਕਵਣ ਕਹੀਏ ਕੌਣ ਕਹਿ ਸਕਦਾ।
ਕਵਣ ਇਹਦੇ ਵਿੱਚ ਕੁਦਰਤ ਉਹ ਸ਼ਕਤੀ ਹੈ ਕਿ ਜਿਹੜਾ ਉਸ ਵਾਹਿਗੁਰੂ ਪ੍ਰਮਾਤਮਾ ਦੀ ਵਿਚਾਰ ਨੂੰ ਕਹਿ ਸਕੇ। ਕੁਦਰਤ ਸ਼ਕਤੀ ਆਪ ਵੀ ਕੀ ਚੀਜ਼ ਹੈ ਜੋ ਉਸ ਵਾਹਿਗੁਰੂ ਪ੍ਰਭੂ ਦੇ ਵਿਚਾਰ ਨੂੰ ਕਹਿ ਸਕੇ। ਗੁਰੂ ਸਾਹਿਬ ਜੀ ਨਿਮਰਤਾ ਸਹਿਤ ਕਹਿੰਦੇ ਨੇ, ਸਿੱਧ ਪੁਰਸ਼ੋ ਸਾਡੇ ਵਿੱਚ ਕਵਣ ਕਿਹੜੀ ਕੁਦਰਤ ਸ਼ਕਤੀ ਹੈ ਕਿ ਅਸੀਂ ਉਸ ਪ੍ਰਭੂ ਪਰਮਾਤਮਾ ਦੀ ਵਿਚਾਰ ਨੂੰ ਕਹਿ ਸਕੀਏ। ਵਾਰਿਆ ਨਾ ਜਾਵਾ ਏਕ ਵਾਰ। ਕਹਿੰਦੇ ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ, ਸਿੱਧੋ ਉਹ ਵਾਹਿਗੁਰੂ ਇੰਨਾ ਬੇਅੰਤ ਹੈ ਜਿਹਦਾ ਇੱਕ ਵਾਲ ਰੋਮ ਮਾਤਰ ਵੀ ਵਾਰਿਆ ਵਰਣਨ ਨਹੀਂ ਕੀਤਾ ਜਾ ਸਕਦਾ। ਤੇ ਮੈਂ ਉਸ ਵਾਹਿਗੁਰੂ ਤੋਂ ਇੱਕ ਵਾਰੀ ਵਾਰਿਆ ਨਾ ਜਾਵਾ, ਬਲਿਹਾਰ ਜਾਂ ਕੁਰਬਾਨ ਨਹੀਂ ਜਾਂਦਾ, ਬਲਕਿ ਅਨੇਕਾਂ ਵਾਰ ਉਸ ਵਾਹਿਗੁਰੂ ਪਰਮਾਤਮਾ ਤੋਂ ਕੁਰਬਾਨ ਜਾਂਦਾ ਹਾਂ। ਫਿਰ ਸਿੱਧਾ ਨੇ ਪੁੱਛਿਆ, ਮਹਾਰਾਜ ਜੀ ਜੋ ਵਾਹਿਗੁਰੂ ਬੇਅੰਤ ਹੈ ਅਤੇ ਅਕਥ ਹੈ, ਉਹਦੀ ਪ੍ਰਾਪਤੀ ਲਈ ਸਾਨੂੰ ਕੀ ਕਰਨਾ ਚਾਹੀਦਾ? ਤਾਂ ਗੁਰੂ ਸਾਹਿਬ ਜੀ ਨੇ ਕਿਹਾ ਵੀ ਸਿੱਧ ਪੁਰਸ਼ੋ ਉਸ ਵਾਹਿਗੁਰੂ ਪਰਮਾਤਮਾ ਦੇ ਤਾਈਂ ਇਸ ਤਰ੍ਹਾਂ ਹੀ ਕਹਿਣਾ ਬਣਦਾ ਹੈ, ਜੋ ਤੁਧ ਭਾਵੈ ਸਾਈ ਭਲੀ ਕਾਰ। ਹੇ ਵਾਹਿਗੁਰੂ ਜੀ, ਜੋ ਤੁਹਾਨੂੰ ਭਾਵੈ, ਕਿਰਤ ਭਾਵੈ ਭਾਉਂਦੀ ਹੈ, ਸਾਈ ਉਹ ਹੀ ਭਲੀ ਚੰਗੀ ਹੁੰਦੀ ਹੈ। ਇੱਥੇ ਪਾਠ ਸਾਈ ਹੀ ਕਰਨਾ, ਸਾਈ ਬਿੰਦੀ ਲਾ ਕੇ ਨਹੀਂ ਕਰਨਾ। ਹੇ ਵਾਹਿਗੁਰੂ ਜੀ, ਜੋ ਤੁਹਾਨੂੰ ਭਗਤੀ ਰੂਪੀ ਕਾਰ ਭਾਉਂਦੀ ਹੈ, ਸਾਡੇ ਲਈ ਉਹ ਹੀ ਕਾਰ ਜਿਹੜੀ ਹੈ ਉਹ ਭਲੀ ਹੈ, ਚੰਗੀ ਹੈ। ਜੋਤ ਸੁਭਾਵੈ ਨਾਨਕਾ ਸਾਈ ਗੱਲ ਚੰਗੀ। ਸੋ ਇਸ ਕਰਕੇ ਜੋ ਕੁਝ ਵਾਹਿਗੁਰੂ ਜੀ ਤੁਹਾਨੂੰ ਭਾਉਂਦਾ ਹੈ ਉਹ ਸਭ ਕੁਝ ਹੀ ਚੰਗਾ ਹੁੰਦਾ ਹੈ। ਤੂੰ ਸਦਾ ਸਲਾਮਤ ਨਿਰੰਕਾਰ। ਹੇ ਵਾਹਿਗੁਰੂ ਜੀ, ਉਸ ਕਰਤੇ ਪ੍ਰਭੂ ਲਈ ਇਹੋ ਕਹਿਣਾ ਬਣਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਿੱਧਾਂ ਨੂੰ ਕਹਿੰਦੇ, ਸਿੱਧੋ ਉਹ ਵਾਹਿਗੁਰੂ ਪਰਮਾਤਮਾ ਲਈ ਇਹੀ ਕਹਿਣਾ ਬਣਦਾ ਵੀ ਹੇ ਨਿਰੰਕਾਰ ਪ੍ਰਭੂ ਜੀ, ਤੂੰ ਸਦਾ ਹਮੇਸ਼ਾ ਹੀ ਸਲਾਮਤ ਸਰੂਪ ਹੈ। ਉਹ ਨਿਰਾਕਾਰ ਪ੍ਰਭੂ ਜੀ, ਤੂੰ ਸਦਾ ਹੀ ਹਮੇਸ਼ਾ ਹੀ ਭਾਵ ਭੂਤ ਕਾਲ ਵਰਤਮਾਨ ਤੇ ਭਵਿੱਖਤ ਕਾਲ ਦੇ ਵਿੱਚ ਵੀ ਸਦਾ ਕਾਇਮ ਰਹਿਣ ਵਾਲੇ ਹੋ। ਕਾਇਮ ਦਾਇਮ ਸਦਾ ਪਾਤਸ਼ਾਹੀ, ਦੋਮ ਨਾ ਸੇਮ ਏਕ ਸੁਆਹੀ। ਸੋ ਇਸ ਪ੍ਰਕਾਰ ਉਸ ਵਾਹਿਗੁਰੂ ਪਰਮਾਤਮਾ ਦੇ ਭਾਣੇ ਨੂੰ ਮੰਨੀਏ, ਉਹਦੇ ਅੱਗੇ ਬੇਨਤੀਆਂ ਕਰੀਏ ਤੇ ਸਿਫਤਾਂ ਕਰੀਏ ਤਾਂ ਉਸ ਪਰਮਾਤਮਾ ਦੀ ਸਿਖਿਆਤਤਾ ਹੁੰਦੀ ਹੈ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਇਹ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਆਪਾਂ ਨੂੰ ਕਲਯੁਗੀ ਜੀਵਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਬਖਸ਼ਿਆ ਹੈ। ਜੋ ਇਹ ਉਪਦੇਸ਼ ਆਪਣੇ ਹਿਰਦਿਆਂ ਦੇ ਵਿੱਚ ਵਸ ਜਾਵੇ। ਜੋ ਇਸ ਪੌੜੀ ਦੇ ਵਿੱਚ ਸਤਿਗੁਰੂ ਜੀ ਨੇ ਨਿਧਿਆਸਨ ਦਾ ਵਿਸ਼ਾ, ਨਿਧਿਆਸਨ ਦੇ ਸਾਧਨ, ਨਿਧਿਆਸਨ ਦੇ ਫਲ, ਨਿਧਿਆਸਨ ਦਾ ਸਰੂਪ ਕਥਨ ਕੀਤਾ ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਿੱਧਾ ਨੇ ਜੋ ਪ੍ਰਸ਼ਨ ਕੀਤੇ ਨੇ ਤੇ ਉਹਨਾਂ ਦੇ ਸਤਿਗੁਰੂ ਜੀ ਨੇ ਉੱਤਰ ਬਖਸ਼ਿਸ਼ ਕੀਤੇ ਹਨ। ਸੋ ਇਸ ਤਰ੍ਹਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕਿਰਪਾ ਕੀਤੀ ਹੈ, ਆਪਾਂ ਨੂੰ ਉਪਦੇਸ਼ ਬਖਸ਼ਿਆ ਹੈ। ਸੋ ਵਿਚਾਰਾਂ ਕਰਦਿਆਂ ਤੋਂ ਇੱਕ ਨਹੀਂ ਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਅਣਜਾਣ ਬੱਚੇ ਸਮਝ ਕੇ ਮਾਫ ਕਰਨਾ। ਸੋ ਸਤਿਗੁਰੂ ਦੇ ਚਰਨਾਂ ਵਿੱਚ ਇਹੀ ਬੇਨਤੀ ਕਰਦੇ ਹਾਂ ਵੀ ਕਥਾ ਵਿਚਾਰ ਕਰਨ ਦੀ ਜਾਂਚ ਆ ਜਾਵੇ। ਅਜੇ ਸਿੱਖਣ ਵਾਲੇ ਆ, ਸਿੱਖਦੇ ਆ। ਸਿੱਖ ਦਾ ਅਰਥ ਹੀ ਹੁੰਦਾ ਸਿੱਖਣਾ, ਤੇ ਸਿੱਖਦੇ ਰਹਾਂਗੇ। ਸੋ ਬੜੇ ਮਹਾਨ ਵਿਦਵਾਨ ਜਿਨ੍ਹਾਂ ਨੇ ਟੀਕਾਕਾਰ ਜਿਨ੍ਹਾਂ ਨੇ ਗੁਰਬਾਣੀ ਦੇ ਅਰਥ ਲਿਖੇ ਨੇ ਤੇ ਗੁਰਬਾਣੀ ਦੀ ਕਥਾ ਵਿਚਾਰ ਮਹਾਨ ਵਿਦਵਾਨ ਕਰਦੇ ਨੇ, ਸਾਰੇ ਹੀ ਚੰਗੇ ਨੇ। ਸਭ ਦਾ ਹੀ ਸਤਿਕਾਰ ਕਰਦੇ ਹਾਂ, ਦਿਲੋਂ ਸਤਿਕਾਰ ਕਰਦੇ ਹਾਂ। ਉਹਨਾਂ ਮਹਾਂਪੁਰਖਾਂ ਦੀਆਂ ਵਿਚਾਰਾਂ ਪੜ੍ਹਦੇ ਹਾਂ, ਸੁਣਦੇ ਹਾਂ। ਸੋ ਉਹ ਆਪ ਜੀ ਦੇ ਨਾਲ ਫਿਰ ਸੰਗਤਾਂ ਦੇ ਨਾਲ ਸਾਂਝੀਆਂ ਕਰਦੇ ਹਾਂ। ਸਤਿਗੁਰੂ ਜੀ ਕਿਰਪਾ ਕਰਨ, ਉਹਨਾਂ ਸਾਰੇ ਮਹਾਂਪੁਰਖਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਜਿਨ੍ਹਾਂ ਦੀਆਂ ਵਿਚਾਰਾਂ ਲਿਖੀਆਂ ਹੋਈਆਂ ਆਪਾਂ ਪੜ੍ਹ ਸੁਣ ਕੇ ਲਾਹੇ ਪ੍ਰਾਪਤ ਕਰਦੇ ਹਾਂ। ਸਾਰੀਆਂ ਸੰਗਤਾਂ ਦਾ ਧੰਨਵਾਦ। ਇਹ ਉਪਦੇਸ਼ ਹਿਰਦੇ ਵਿੱਚ ਵਸ ਜਾਵੇ, ਲੋਕ ਸੁਖੀਆ ਪਰਲੋਕ ਸਹੇਲਾ ਹੋ ਜਾਵੇ। ਆਖਰੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ